प्यारे विद्यार्थियों, ਤੁਹਾਡਾ ਸਵਾਗਤ ਹੈ ਇਸ ਕਲਾਸ ਵਿੱਚ। ਅੱਜ ਆਪਾਂ 11ਵੀਂ ਕਲਾਸ ਵਿੱਚ ਦਰਜ ਪੂਰਨ ਭਗਤ ਦੀ ਦੰਤ ਕਥਾ ਪੜ੍ਹਾਂਗੇ। ਦੰਤ ਕਥਾ ਦਾ ਸ਼ਬਦੀ ਅਰਥ ਹੈ ਸੁਣੀ ਸੁਣਾਈ ਗੱਲ। ਉਹ ਸੁਣੀ ਸੁਣਾਈ ਗੱਲ ਜੋ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਜਾਏ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਜਾਏ, ਉਸ ਨੂੰ ਦੰਤ ਕਥਾ ਕਹਿੰਦੇ ਹਨ। ਦੰਤ ਕਥਾ ਵਿੱਚ ਕੁਝ ਕੁ ਗੱਲਾਂ ਸੱਚੀਆਂ ਹੁੰਦੀਆਂ, ਪਰ ਬਹੁਤ ਸਾਰੀਆਂ ਗੱਲਾਂ ਸਮੇਂ ਅਨੁਸਾਰ ਇਸ ਵਿੱਚ ਜੋੜ ਲਈਆਂ ਜਾਂਦੀਆਂ। ਹਰ ਸਮੇਂ ਵਿੱਚ ਲੋਕ ਆਪਣੇ ਮਨੋਰੰਜਨ ਲਈ ਇਹਨਾਂ ਦੰਤ ਕਥਾਵਾਂ ਵਿੱਚ ਵਾਧਾ ਘਾਟਾ ਕਰਦੇ ਆਏ ਨੇ। ਦੰਤ ਕਥਾ ਵਿੱਚ ਇਤਿਹਾਸਕ ਅਤੇ ਮਿਥਿਹਾਸਕ ਤੱਥ ਨਾਲ ਨਾਲ ਚੱਲਦੇ ਆ। ਇਤਿਹਾਸ ਸੱਚੀ ਗੱਲ ਜਾਂ ਸੱਚੀ ਘਟਨਾ ਹੁੰਦੀ ਹੈ, ਪਰ ਮਿਥਿਹਾਸ ਮਿਥੀ ਹੋਈ ਗੱਲ ਹੁੰਦੀ ਹੈ। ਇਸ ਲਈ ਜਦੋਂ ਆਪਾਂ ਪੂਰਨ ਭਗਤ ਦੀ ਕਥਾ ਪੜ੍ਹਾਂਗੇ ਤਾਂ ਇਸ ਵਿੱਚ ਇਤਿਹਾਸ ਅਤੇ ਮਿਥਿਹਾਸ ਦੋਵੇਂ ਨਾਲ ਨਾਲ ਚੱਲਦੇ ਨਜ਼ਰ ਆਉਣਗੇ। ਪੰਜਾਬ ਵਿੱਚ ਬਹੁਤ ਸਾਰੀਆਂ ਦੰਤ ਕਥਾਵਾਂ ਪ੍ਰਚਲਿਤ ਰਹੀਆਂ, ਪਰ ਸਮੇਂ ਅਨੁਸਾਰ ਉਹ ਦੰਤ ਕਥਾਵਾਂ ਹੀ ਵਧੇਰੇ ਪ੍ਰਚਲਿਤ ਰਹੀਆਂ ਜਿਨ੍ਹਾਂ ਕਥਾਵਾਂ ਨੇ ਪੰਜਾਬੀ ਲੋਕਾਂ ਵਿੱਚ ਬੀਰਤਾ ਅਤੇ ਧਾਰਮਿਕ ਮਰਿਆਦਾ ਦਾ ਅਹਿਸਾਸ ਭਰਿਆ ਹੈ। ਇਸ ਲਈ ਪੰਜਾਬ ਵਿੱਚ ਅੱਜ ਵੀ ਪੂਰਨ ਭਗਤ, ਦੁੱਲਾ ਭੱਟੀ, ਬੰਦਾ ਬਹਾਦਰ, ਸੁੱਚਾ ਸਿੰਘ ਸੂਰਮਾ, ਇਹਨਾਂ ਦੀਆਂ ਕਥਾਵਾਂ ਅੱਜ ਵੀ ਪੰਜਾਬ ਵਿੱਚ ਪ੍ਰਚਲਿਤ ਨੇ। ਹੁਣ ਬੇਟਾ ਆਪਾਂ ਕਥਾ ਸ਼ੁਰੂ ਕਰਦੇ ਹਾਂ। ਪੂਰਨ ਭਗਤ ਦੀ ਦੰਤ ਕਥਾ। ਕਿਹਾ ਜਾਂਦਾ ਹੈ ਕਿ ਸਿਆਲਕੋਟ ਦਾ ਇੱਕ ਰਾਜਾ ਸੀ ਸਲਵਾਨ। ਇਸ ਰਾਜੇ ਦੀਆਂ ਦੋ ਰਾਣੀਆਂ ਸਨ। ਇੱਕ ਦਾ ਨਾਂ ਈਸ਼ਰਾ ਸੀ, ਦੂਸਰੀ ਦਾ ਨਾਂ ਲੂਣਾ ਸੀ। ਕੁਝ ਸਮੇਂ ਬਾਅਦ ਰਾਣੀ ਈਸ਼ਰਾ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ। ਇਸ ਬਾਲਕ ਦਾ ਨਾਮ ਪੂਰਨ ਰੱਖਿਆ ਗਿਆ। ਰਾਜਾ ਸਲਵਾਨ ਜੋਤਸ਼ੀਆਂ ਦਾ ਬਹੁਤ ਸਤਿਕਾਰ ਕਰਦਾ ਸੀ। ਉਸ ਨੇ ਪੂਰਨ ਦੀ ਹਸਤ ਅਤੇ ਮਸਤ ਰੇਖਾ ਦਿਖਾਉਣ ਲਈ ਜੋਤਸ਼ੀਆਂ ਨੂੰ ਦਰਬਾਰ ਵਿੱਚ ਸੱਦਾ ਦਿੱਤਾ। ਜੋਤਸ਼ੀਆਂ ਨੇ ਪੂਰਨ ਦੀ ਹੱਥ ਰੇਖਾ ਅਤੇ ਮੱਥੇ ਦੀ ਰੇਖਾ ਵੇਖ ਕੇ ਰਾਜੇ ਸਲਵਾਨ ਨੂੰ ਇਸ ਭਰਮ ਵਿੱਚ ਪਾ ਦਿੱਤਾ ਕਿ 12 ਸਾਲ ਤੱਕ ਇਸ ਬੱਚੇ ਦਾ ਮੂੰਹ ਵੇਖਣਾ ਰਾਜਾ ਸਲਵਾਨ ਲਈ ਚੰਗਾ ਨਹੀਂ ਹੋਵੇਗਾ। ਰਾਜਾ ਸਲਵਾਨ ਜੋਤਸ਼ੀਆਂ ਦੀ ਇਸ ਭਵਿੱਖਬਾਣੀ ਤੋਂ ਘਬਰਾ ਗਿਆ। ਇਸ ਲਈ ਉਸ ਨੇ ਹੁਕਮ ਦੇ ਦਿੱਤਾ ਕਿ 12 ਸਾਲ ਤੱਕ ਪੂਰਨ ਨੂੰ ਭੋਰੇ ਵਿੱਚ ਰੱਖਿਆ ਜਾਵੇ। 12 ਸਾਲ ਤੱਕ ਪੂਰਨ ਇੱਕ ਭੋਰੇ ਵਿੱਚ ਰਿਹਾ। 12 ਸਾਲ ਬਾਅਦ ਜਦੋਂ ਪੂਰਨ ਭੋਰੇ ਵਿੱਚੋਂ ਵਾਪਸ ਆਇਆ, ਉਹ ਆਪਣੇ ਪਿਤਾ ਨੂੰ ਮਿਲਣ ਲਈ ਉਹਦੇ ਮਹਿਲਾਂ ਵਿੱਚ ਗਿਆ। ਜਵਾਨ ਹੋਏ ਪੁੱਤਰ ਨੂੰ ਵੇਖ ਕੇ ਸਲਵਾਨ ਬਹੁਤ ਖੁਸ਼ ਹੋਇਆ। ਉਸ ਨੇ ਪਿਆਰ ਨਾਲ ਪੂਰਨ ਨੂੰ ਗਲਵੱਕੜੀ ਵਿੱਚ ਲਿਆ, ਪਿਆਰ ਕੀਤਾ ਅਤੇ ਫਿਰ ਪੂਰਨ ਨੂੰ ਉਦੇਸ਼ ਦਿੱਤਾ ਕਿ ਹੁਣ ਉਹ ਆਪਣੀਆਂ ਮਾਵਾਂ ਨੂੰ ਵੀ ਮਿਲ ਆਵੇ। ਪਹਿਲਾਂ ਉਹ ਰਾਣੀ ਲੂਣਾ ਨੂੰ ਉਹਦੇ ਮਹਿਲਾਂ ਵਿੱਚ ਜਾ ਕੇ ਮਿਲੇ, ਫਿਰ ਉਹ ਰਾਣੀ ਈਸ਼ਰਾ ਨੂੰ ਮਿਲ ਲਵੇ। ਆਪਣੇ ਪਿਤਾ ਦੀ ਆਗਿਆ ਮੰਨ ਕੇ ਪੂਰਨ ਰਾਣੀ ਲੂਣਾ ਨੂੰ ਮਿਲਣ ਲਈ ਉਹਦੇ ਮਹਿਲਾਂ ਵਿੱਚ ਗਿਆ। ਜਦੋਂ ਪੂਰਨ ਰਾਣੀ ਲੂਣਾ ਦੇ ਮਹਿਲਾਂ ਵਿੱਚ ਪਹੁੰਚਿਆ ਤਾਂ ਰਾਣੀ ਲੂਣਾ ਸੁੰਦਰ ਜਵਾਨ ਪੂਰਨ ਨੂੰ ਵੇਖ ਕੇ ਦੰਗ ਰਹਿ ਗਈ। ਉਹ ਪੂਰਨ ਨੂੰ ਦੇਖ ਕੇ ਆਪਣੇ ਰਿਸ਼ਤੇ ਦੀ ਮਰਿਆਦਾ ਭੁੱਲ ਗਈ। ਉਹ ਪੂਰਨ ਨੂੰ ਇੱਕ ਪੁੱਤਰ ਦੀ ਥਾਂ ਇੱਕ ਪ੍ਰੇਮੀ ਵਜੋਂ ਵੇਖਣ ਲੱਗ ਪਈ। ਪਰ ਉੱਧਰ ਪੂਰਨ ਚਾਹੁੰਦਾ ਸੀ ਕਿ ਲੂਣਾ ਉਸ ਨੂੰ ਆਪਣੇ ਪੁੱਤਰ ਵਾਲਾ ਆਸ਼ੀਰਵਾਦ ਦੇਵੇ, ਪਰ ਲੂਣਾ ਸੀ ਕਿ ਉਸ ਦੇ ਦਿਮਾਗ ਵਿੱਚ ਹੋਰ ਗੱਲਾਂ ਹੀ ਘਰ ਕਰ ਚੁੱਕੀਆਂ ਸੀ। ਸੋ ਫਿਰ ਇਸ ਤਰ੍ਹਾਂ ਦੀ ਸਥਿਤੀ ਵਿੱਚ ਪੂਰਨ ਕਾਹਲੀ ਨਾਲ ਲੂਣਾ ਦੇ ਮਹਿਲਾਂ ਵਿੱਚੋਂ ਬਾਹਰ ਨਿਕਲ ਆਇਆ। ਜਦੋਂ ਪੂਰਨ ਮਹਿਲਾਂ ਵਿੱਚੋਂ ਬਾਹਰ ਨਿਕਲ ਆਇਆ ਤਾਂ ਰਾਣੀ ਲੂਣਾ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ। ਉਸ ਨੂੰ ਇਸ ਗੱਲ ਦਾ ਗੁੱਸਾ ਆਇਆ ਕਿ ਪੂਰਨ ਉਸ ਦੀ ਭਾਵਨਾ ਨੂੰ ਠੁਕਰਾ ਕੇ ਚਲਾ ਗਿਆ। ਉਹਦੇ ਮਨ ਵਿੱਚ ਬੇਚੈਨੀ ਫੈਲ ਗਈ। ਉਹ ਪੂਰਨ ਤੋਂ ਬਦਲਾ ਲੈਣਾ ਚਾਹੁੰਦੀ ਸੀ। ਪੂਰਨ ਤੋਂ ਬਦਲਾ ਲੈਣ ਲਈ ਉਹਨੇ ਇੱਕ ਸਾਜ਼ਿਸ਼ ਘੜ ਲਈ।
ਕੀ ਸਾਜ਼ਿਸ਼ ਘੜੀ ਕਿ ਉਹਨੇ ਆਪਣੇ ਕੱਪੜੇ ਪਾੜ ਲਏ, ਆਪਣੇ ਵਾਲ ਖਿਲਾਰ ਲਏ, ਮਹਿਲਾਂ ਦੇ ਵਿੱਚ ਜੋ ਚੀਜ਼ਾਂ ਪਈਆਂ ਸੀ ਉਹਨਾਂ ਦੀ ਭੰਨ ਤੋੜ ਕਰ ਦਿੱਤੀ। ਜਦੋਂ ਰਾਜਾ ਸਲਵਾਨ ਲੂਣਾ ਦੇ ਮਹਿਲਾਂ ਵਿੱਚ ਆਇਆ, ਉਹਨੇ ਵੇਖਿਆ ਕਿ ਲੂਣਾ ਹਾਲੋ ਬੇਹਾਲ ਹੋਈ ਪਈ ਹੈ। ਉਸਦੀ ਇੰਨੀ ਮਾੜੀ ਹਾਲਤ ਵੇਖੀ ਅਤੇ ਪੁੱਛਿਆ ਇਹਦਾ ਕਾਰਨ ਕੀ ਹੈ। ਤਾਂ ਲੂਣਾ ਨੇ ਆਪਣੇ ਕੋਲੋਂ ਹੀ ਇੱਕ ਗੱਲ ਕੱਢ ਲਈ, ਝੂਠੀ ਗੱਲ, ਕਿ ਪੂਰਨ ਅੱਜ ਮਹਿਲਾਂ ਵਿੱਚ ਆਇਆ ਸੀ, ਉਹ ਮਾਂ ਪੁੱਤਰ ਦੇ ਰਿਸ਼ਤੇ ਦੀ ਮਰਿਆਦਾ ਭੁੱਲ ਗਿਆ ਅਤੇ ਉਹਦੇ ਸੁੰਦਰ ਰੂਪ ਨੂੰ ਵੇਖ ਕੇ ਉਹਦੇ 'ਤੇ ਡੁੱਲ ਗਿਆ। ਇੰਨੀ ਝੂਠੀ ਗੱਲ ਘੜ ਕੇ ਰਾਣੀ ਲੂਣਾ ਨੇ ਸਲਵਾਨ ਨੂੰ ਸੁਣਾ ਦਿੱਤੀ ਅਤੇ ਉੱਧਰੋਂ ਸਲਵਾਨ ਵੀ ਕੰਨਾਂ ਦਾ ਕੱਚਾ ਸੀ। ਉਸਨੇ ਕੋਈ ਤਹਿਕੀਕਾਤ ਕੀਤੇ ਬਿਨਾਂ ਪੂਰਨ ਨੂੰ ਬੁਲਾਇਆ ਅਤੇ ਨਾਲ ਹੀ ਜਲਾਦਾਂ ਨੂੰ ਬੁਲਾਇਆ ਅਤੇ ਜਲਾਦਾਂ ਨੂੰ ਹੁਕਮ ਦੇ ਦਿੱਤਾ ਕਿ ਪੂਰਨ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੱਤਾ ਜਾਵੇ। ਜਲਾਦ ਹੁਕਮ ਦੇ ਬੰਨੇ ਹੋਏ ਸੀ, ਉਹ ਪੂਰਨ ਨੂੰ ਫੜ ਕੇ ਬਾਹਰ ਲੈ ਗਏ। ਜਲਾਦ ਇਹ ਗੱਲ ਜਾਣਦੇ ਸੀ ਕਿ ਪੂਰਨ ਨਿਰਦੋਸ਼ ਹੈ, ਇਸ ਕਰਕੇ ਉਹਨਾਂ ਨੂੰ ਪੂਰਨ 'ਤੇ ਤਰਸ ਆ ਗਿਆ। ਇਸ ਕਰਕੇ ਹੀ ਉਹਨਾਂ ਨੇ ਪੂਰਨ ਨੂੰ ਮਾਰਨ ਦੀ ਥਾਂ ਨਾ ਉਹਦੇ ਹੱਥ ਪੈਰ ਵੱਢ ਟੁੱਕ ਕੇ ਇੱਕ ਸੁੱਕੇ ਖੂਹ ਵਿੱਚ ਉਹਨੂੰ ਸੁੱਟ ਦਿੱਤਾ। ਅਤੇ ਰਾਜੇ ਨੂੰ ਯਕੀਨ ਦਿਵਾਉਣ ਲਈ ਉਹਨਾਂ ਨੇ ਪੂਰਨ ਦੇ ਲਿਬੜੇ ਕੱਪੜੇ ਆ ਕੇ ਰਾਜੇ ਨੂੰ ਵਿਖਾ ਦਿੱਤੇ, ਜਿਹੜੇ ਖੂਨ ਨਾਲ ਲਿਬੜੇ ਹੋਏ ਸੀ। ਜਿਸ ਖੂਹ ਵਿੱਚ ਪੂਰਨ ਨੂੰ ਸੁੱਟਿਆ ਗਿਆ, ਕੁਦਰਤੀ ਉਸ ਖੂਹ ਦੇ ਨੇੜਿਓਂ ਗੋਰਖਨਾਥ ਆਪਣੇ ਜੋਗੀਆਂ ਦੀ ਟੋਲੀ ਨਾਲ ਉੱਥੋਂ ਦੀ ਲੰਘ ਰਿਹਾ ਸੀ। ਜਦੋਂ ਖੂਹ ਦੇ ਕੋਲੋਂ ਦੀ ਲੰਘਣ ਲੱਗੇ ਬੇਟਾ, ਤਾਂ ਗੋਰਖਨਾਥ ਨੇ ਖੂਹ ਵਿੱਚੋਂ ਹਾਏ ਹਾਏ ਦੀ ਆਵਾਜ਼ ਆਉਂਦੀ ਸੁਣੀ। ਗੋਰਖਨਾਥ ਨੇ ਆਪਣੇ ਇੱਕ ਜੋਗੀ ਨੂੰ ਕਿਹਾ ਕਿ ਵੇਖੋ ਖੂਹ ਵਿੱਚ ਕੀ ਹੈ। ਜਦੋਂ ਇੱਕ ਜੋਗੀ ਨੇ ਖੂਹ ਵਿੱਚ ਜਾ ਕੇ ਵੇਖਿਆ ਤਾਂ ਉਸ ਨੇ ਗੋਰਖਨਾਥ ਨੂੰ ਦੱਸਿਆ ਕਿ ਪੂਰਨ ਭਗਤ ਹੈ ਕੋਈ, ਉਸ ਨੂੰ ਵੱਢ ਟੁੱਕ ਕੇ ਵਿੱਚ ਸੁੱਟਿਆ ਹੋਇਆ। ਗੋਰਖਨਾਥ ਨੇ ਆਪ ਦੇਖਿਆ। ਜਦੋਂ ਵੇਖਿਆ ਤਾਂ ਗੋਰਖਨਾਥ ਨੇ ਪੂਰਨ ਤੋਂ ਇਸ ਬਾਰੇ ਸਾਰਾ ਕੁਝ ਪੁੱਛਿਆ। ਪੂਰਨ ਨੇ ਜੋ ਕੁਝ ਉਹਦੇ ਨਾਲ ਬੀਤਿਆ ਸੀ ਗੋਰਖਨਾਥ ਨੂੰ ਦੱਸ ਦਿੱਤਾ। ਗੋਰਖਨਾਥ ਨੇ ਪੂਰਨ ਨੂੰ ਕਿਹਾ ਕਿ ਮੈਂ ਤੇਰਾ ਸੱਚ ਪਰਖਣਾ ਚਾਹੁੰਦਾ ਹਾਂ, ਜੋ ਕੁਝ ਤੇਰੇ ਨਾਲ ਬੀਤਿਆ, ਜੇ ਇਹ ਘਟਨਾ ਸੱਚੀ ਹੈ ਤਾਂ ਮੈਂ ਇਹਨੂੰ ਪਰਖਣਾ ਚਾਹੁੰਦਾ ਹਾਂ। ਪੂਰਨ ਨੇ ਕਿਹਾ ਕਿ ਪਰਖ ਸਕਦੇ ਹੋ। ਸੋ ਫਿਰ ਬੇਟਾ ਗੋਰਖਨਾਥ ਨੇ ਪੂਰਨ ਨੂੰ ਪਰਖਣ ਲਈ ਇੱਕ ਕੱਚਾ ਧਾਗਾ ਨਾ ਖੂਹ ਵਿੱਚ ਸੁੱਟਿਆ। ਪੂਰਨ ਨੂੰ ਕਿਹਾ ਕਿ ਜੇ ਤੂੰ ਸੱਚਾ ਹੋਏਗਾ ਤਾਂ ਇਹ ਧਾਗਾ ਫੜ ਕੇ ਬਾਹਰ ਆ ਜਾਏਗਾ ਖੂਹ 'ਚੋਂ। ਉਹੀ ਗੱਲ ਹੋਈ, ਕੱਚਾ ਧਾਗਾ ਖੂਹ ਵਿੱਚ ਲਮਕਾਇਆ ਗਿਆ। ਪੂਰਨ ਕੱਚੇ ਧਾਗੇ ਨੂੰ ਫੜ ਕੇ ਹੌਲੀ ਹੌਲੀ ਖੂਹ 'ਚੋਂ ਬਾਹਰ ਆ ਗਿਆ। ਅਤੇ ਜਦੋਂ ਪੂਰਨ ਬਾਹਰ ਆਇਆ, ਉਸ ਦਾ ਤੇਜ ਤਪ ਦੇਖ ਕੇ ਸਾਰੇ ਜੋਗੀ ਉਹਦੀ ਜੈ ਜੈਕਾਰ ਕਰਨ ਲੱਗੇ। ਗੋਰਖਨਾਥ ਨੇ ਉਹਦੇ ਸਿਰ 'ਤੇ ਹੱਥ ਫੇਰਿਆ ਅਤੇ ਪੂਰਨ ਨੂੰ ਤੰਦਰੁਸਤ ਕਰ ਦਿੱਤਾ। ਫਿਰ ਪੂਰਨ ਜੋਗੀ ਬਣ ਕੇ ਗੋਰਖਨਾਥ ਨਾਲ ਹੀ ਚਲਾ ਗਿਆ। ਜਿਵੇਂ ਦੂਜੇ ਜੋਗੀ ਵੱਖ-ਵੱਖ ਪਿੰਡਾਂ ਨਗਰਾਂ ਵਿੱਚ ਮੰਗਣ ਜਾਂਦੇ ਸੀ, ਪੂਰਨ ਨੂੰ ਵੀ ਇਹ ਕੰਮ ਕਰਨਾ ਪਿਆ। ਉਹ ਵੀ ਦੂਜੇ ਜੋਗੀਆਂ ਵਾਂਗ ਵੱਖ-ਵੱਖ ਪਿੰਡਾਂ ਨਗਰਾਂ ਵਿੱਚ ਮੰਗਣ ਜਾਂਦਾ। ਇੱਕ ਦਿਨ ਉਹ ਰਾਣੀ ਸੁੰਦਰਾ ਦੇ ਮਹਿਲਾਂ ਵਿੱਚ ਮੰਗਣ ਲਈ ਗਿਆ। ਜਦੋਂ ਰਾਣੀ ਸੁੰਦਰਾ ਨੇ ਪੂਰਨ ਦਾ ਰੂਪ ਵੇਖਿਆ ਨਾ, ਅਤੇ ਉਹਦਾ ਰੂਪ ਅਤੇ ਤਪ ਵੇਖ ਕੇ ਨਾ ਬੜੀ ਹੈਰਾਨ ਹੋਈ। ਸੋ ਉਹਦੇ 'ਤੇ ਡੁੱਲ ਗਈ ਅਤੇ ਉਸਨੇ ਪੂਰਨ ਨੂੰ ਭਿੱਖਿਆ ਦੇ ਰੂਪ ਵਿੱਚ ਮੋਤੀਆਂ ਦਾ ਭਰਿਆ ਇੱਕ ਥਾਲ ਪਾ ਦਿੱਤਾ। ਪੂਰਨ ਮੋਤੀਆਂ ਦੇ ਭਰੇ ਥਾਲ ਨੂੰ ਆਪਣੀ ਝੋਲੀ ਵਿੱਚ ਪਵਾ ਕੇ ਗੋਰਖਨਾਥ ਕੋਲ ਆਇਆ। ਉਹਨੇ ਮੋਤੀ ਗੋਰਖਨਾਥ ਦੇ ਅੱਗੇ ਢੇਰੀ ਕਰ ਦਿੱਤੇ। ਜਦੋਂ ਗੋਰਖਨਾਥ ਨੇ ਮੋਤੀ ਵੇਖੇ, ਉਹਨਾਂ ਨੇ ਪੂਰਨ ਨੂੰ ਕਿਹਾ ਇਹਨਾਂ ਦਾ ਆਪਾਂ ਕੀ ਕਰਨਾ? ਇਹ ਮੋਤੀ ਆਪਣੇ ਕਿਸੇ ਕੰਮ ਨਹੀਂ ਹਨ, ਆਪਾਂ ਨੂੰ ਤਾਂ ਖਾਣ ਲਈ ਸਿਰਫ ਭੋਜਨ ਚਾਹੀਦਾ, ਜਾ ਇਹਨਾਂ ਨੂੰ ਵਾਪਸ ਕਰ ਆ।
ਪੂਰਨ ਨੇ ਗੋਰਖ ਦੀ ਆਗਿਆ ਮੰਨ ਕੇ ਉਹ ਮੋਤੀ ਲੈ ਕੇ ਵਾਪਸ ਰਾਣੀ ਸੁੰਦਰਾ ਦੇ ਮਹਿਲਾਂ ਵਿੱਚ ਆ ਗਿਆ। ਰਾਣੀ ਸੁੰਦਰਾ ਨੂੰ ਉਹ ਮੋਤੀ ਵਾਪਸ ਕਰਕੇ ਕਹਿਣ ਲੱਗਾ ਕਿ ਸਾਨੂੰ ਇਸ ਦੀ ਲੋੜ ਨਹੀਂ ਹੈ, ਸਾਨੂੰ ਤਾਂ ਭੋਜਨ ਚਾਹੀਦਾ। ਰਾਣੀ ਸੁੰਦਰਾ ਨੇ ਉਸੇ ਵਕਤ ਬੜੀ ਚੰਗੀ ਕਿਸਮ ਦੇ ਪਕਵਾਨ ਤਿਆਰ ਕਰਵਾਏ ਅਤੇ ਪਕਵਾਨ ਤਿਆਰ ਕਰਵਾ ਕੇ ਉਹ ਗੋਰਖਨਾਥ ਦੇ ਡੇਰੇ 'ਤੇ ਆ ਗਏ। ਉਹਨੇ ਸਾਰੇ ਜੋਗੀਆਂ ਨੂੰ ਭੋਜਨ ਛਕਾਇਆ। ਸਾਰੇ ਜੋਗੀ ਬੜੇ ਖੁਸ਼ ਉਹਦੀ ਸੇਵਾ ਤੋਂ। ਗੋਰਖਨਾਥ ਵੀ ਉਹਦੀ ਸੇਵਾ ਭਾਵਨਾ ਤੋਂ ਬੜਾ ਖੁਸ਼ ਹੋਇਆ। ਗੋਰਖ ਨੇ ਖੁਸ਼ ਹੋ ਕੇ ਸੁੰਦਰਾ ਨੂੰ ਕਿਹਾ ਕਿ ਉਹ ਕੋਈ ਵੀ ਵਰਦਾਨ ਮੰਗ ਲਵੇ, ਉਹਨੂੰ ਉਹ ਵਰਦਾਨ ਦਿੱਤਾ ਜਾਏਗਾ। ਰਾਣੀ ਸੁੰਦਰਾ ਕਹਿਣ ਲੱਗੀ ਕਿ ਜੇ ਉਹ ਖੁਸ਼ ਨੇ, ਵਰਦਾਨ ਦੇਣਾ ਹੀ ਚਾਹੁੰਦੇ ਨੇ, ਅਤੇ ਮੈਂ ਵਰਦਾਨ ਵਿੱਚ ਪੂਰਨ ਮੰਗਣਾ ਚਾਹੁੰਦੀ ਹਾਂ। ਗੋਰਖ ਇੱਕ ਵਾਰੀ ਤਾਂ ਹੈਰਾਨ ਹੋਇਆ ਉਸਦੇ ਇਸ ਵਰਦਾਨ 'ਤੇ ਕਿ ਸੁੰਦਰਾ ਨੇ ਕਿਹੋ ਜਿਹਾ ਵਰ ਮੰਗ ਲਿਆ, ਕਿਹੋ ਜਿਹਾ ਵਰਦਾਨ ਮੰਗ ਲਿਆ। ਪਰ ਕਿਉਂਕਿ ਉਹ ਬਚਨ ਦੇ ਚੁੱਕਾ ਸੀ, ਮੁੱਕਰ ਵੀ ਨਹੀਂ ਸੀ ਸਕਦਾ। ਇਸ ਲਈ ਬੇਟਾ ਗੋਰਖਨਾਥ ਨੇ ਪੂਰਨ ਨੂੰ ਕਿਹਾ ਕਿ ਤੂੰ ਹੁਣ ਰਾਣੀ ਸੁੰਦਰਾ ਨਾਲ ਚਲਾ ਜਾ ਅਤੇ ਨਾਲ ਨਾਲ ਗ੍ਰਹਿਸਥ ਜੀਵਨ ਵੀ ਧਾਰਨ ਕਰ ਲੈ। ਰਾਣੀ ਸੁੰਦਰਾ ਪੂਰਨ ਨੂੰ ਨਾਲ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਈ। ਜਦੋਂ ਮਹਿਲਾਂ ਵਿੱਚ ਆਏ, ਪੂਰਨ ਦਾ ਮਹਿਲਾਂ ਵਿੱਚ ਜੀਅ ਨਹੀਂ ਲੱਗਦਾ। ਕੋਈ ਵੀ ਮਹਿਲ ਦੀ ਚੀਜ਼ ਉਸ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੀ। ਉਸ ਨੂੰ ਮਹਿਲ ਜੇਲ੍ਹ ਦੀ ਤਰ੍ਹਾਂ ਪ੍ਰਤੀਤ ਹੁੰਦਾ। ਉਹਦਾ ਮਨ ਉਚਾਟ ਹੋ ਜਾਂਦਾ ਮਹਿਲਾਂ ਵਿੱਚ ਰਹਿ ਕੇ। ਇੱਕ ਦਿਨ ਰਾਣੀ ਸੁੰਦਰਾ ਪੂਰਨ ਨੂੰ ਕਹਿਣ ਲੱਗੀ ਕਿ ਜੇਕਰ ਤੁਸੀਂ ਖੁਸ਼ ਨਹੀਂ ਹੋ ਤਾਂ ਮੈਂ ਕਿਵੇਂ ਖੁਸ਼ ਰਹਿ ਸਕਦੀ ਹਾਂ। ਉਸੇ ਵੇਲੇ ਪੂਰਨ ਨੇ ਬੇਨਤੀ ਕੀਤੀ ਰਾਣੀ ਸੁੰਦਰਾ ਨੂੰ ਕਿ ਇਹਨਾਂ ਮਹਿਲਾਂ ਵਿੱਚ ਮੇਰਾ ਜੀਅ ਨਹੀਂ ਲੱਗਦਾ। ਇਹ ਸੰਸਾਰਿਕ ਬੰਧਨਾਂ ਤੋਂ ਮੇਰਾ ਜੀਅ ਉੱਕ ਚੁੱਕਾ। ਮੈਂ ਆਪਣੇ ਗੁਰੂ ਗੋਰਖਨਾਥ ਕੋਲ ਜਾਣਾ ਚਾਹੁੰਦਾ ਹਾਂ। ਰਾਣੀ ਸੁੰਦਰਾ ਹੈਰਾਨ ਹੋਈ ਇਹ ਸੁਣ ਕੇ, ਪਰ ਉਹ ਕਰ ਵੀ ਕੀ ਸਕਦੀ ਸੀ। ਉਸ ਨੇ ਪੂਰਨ ਨੂੰ ਕਿਹਾ ਕਿ ਮੈਂ ਮਾफ़ੀ ਚਾਹੁੰਦੀ ਹਾਂ ਕਿਉਂਕਿ ਮੈਂ ਪਹਿਲਾਂ ਹੀ ਤੁਹਾਡੇ ਸੁਭਾਅ ਨੂੰ ਸਮਝ ਨਹੀਂ ਸਕੀ। ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਆਪਣੀ ਮਰਜ਼ੀ ਕਰ ਸਕਦੇ ਹੋ। ਸੋ ਫਿਰ ਬੇਟਾ ਜਿਹੜਾ ਪੂਰਨ ਹੈ ਉਹ ਰਾਣੀ ਦੇ ਮਹਿਲਾਂ ਵਿੱਚੋਂ ਨਿਕਲ ਕੇ ਆਪਣੇ ਗੁਰੂ ਗੋਰਖਨਾਥ ਕੋਲ ਆ ਜਾਂਦਾ। ਸੋ ਇਸ ਤਰ੍ਹਾਂ ਕਹਿੰਦੇ ਨੇ ਕਿ ਬਹੁਤ ਲੰਮਾ ਸਮਾਂ ਮਗਰੋਂ ਇੱਕ ਦਿਨ ਪੂਰਨ ਜੋਗੀ ਬਣ ਕੇ ਸਿਆਲਕੋਟ ਗਿਆ। ਸਿਆਲਕੋਟ ਵਿੱਚ ਉਹ ਇੱਕ ਸੁੱਕੇ ਬਾਗ ਵਿੱਚ ਠਹਿਰਿਆ। ਅਤੇ ਜਦੋਂ ਉਹ ਸੁੱਕੇ ਬਾਗ ਵਿੱਚ ਠਹਿਰਿਆ ਅਤੇ ਕਹਿੰਦੇ ਨੇ ਕਿ ਪਤਾ ਨਹੀਂ ਕੀ ਕੁਦਰਤੀ ਕਰਾਮਾਤ ਹੋਈ, ਸਾਰੇ ਦਾ ਸਾਰਾ ਸੁੱਕਾ ਬਾਗ ਹਰਾ ਭਰਾ ਹੋ ਗਿਆ। ਜਦੋਂ ਲੋਕਾਂ ਨੇ ਇਹ ਕ੍ਰਿਸ਼ਮਾ ਵੇਖਿਆ ਨਾ, ਅਤੇ ਲੋਕ ਹੈਰਾਨ ਰਹਿ ਗਏ। ਲੋਕ ਪੂਰਨ ਨੂੰ ਨਮਸਕਾਰ ਕਰਨ ਲੱਗੇ। ਦੂਰੋਂ ਦੂਰੋਂ ਲੋਕ ਪੂਰਨ ਨੂੰ ਵੇਖਣ ਲਈ, ਉਹਦਾ ਆਸ਼ੀਰਵਾਦ ਲੈਣ ਲਈ ਦੂਰੋਂ ਦੂਰੋਂ ਲੋਕ ਆਉਣ ਲੱਗੇ। ਇੱਕ ਦਿਨ ਰਾਣੀ ਈਸ਼ਰਾ ਪੂਰਨ ਦੀ ਮਾਂ ਨੂੰ ਵੀ ਇਹ ਗੱਲ ਪਤਾ ਲੱਗਦੀ ਆ ਕਿ ਬਾਗ ਵਿੱਚ ਕੋਈ ਬੜਾ ਕਰਨੀ ਵਾਲਾ ਜੋਗੀ ਪਹੁੰਚਿਆ ਹੋਇਆ। ਉਹ ਵੀ ਇਸ ਜੋਗੀ ਦੇ ਦਰਸ਼ਨ ਕਰਨ ਲਈ ਨਾ ਬਾਗ ਵਿੱਚ ਆਈ। ਰਾਣੀ ਈਸ਼ਰਾ ਪੂਰਨ ਦੇ ਵਿਜੋਗ ਵਿੱਚ ਰੋ ਰੋ ਕੇ ਅੰਨ੍ਹੀ ਹੋ ਗਈ ਸੀ। ਜਦੋਂ ਪੂਰਨ ਨੂੰ ਵੱਢ ਟੁੱਕ ਕੇ ਖੂਹ 'ਚ ਸਿੱਟ ਦਿੱਤਾ ਗਿਆ ਸੀ, ਉਦੋਂ ਬਾਅਦ ਰਾਣੀ ਈਸ਼ਰਾ ਉਹਦੇ ਵਿਜੋਗ ਵਿੱਚ ਰੋਂਦੀ ਹੈ। ਉਹ ਰੋ ਰੋ ਕੇ ਨਾ ਅੰਨ੍ਹੀ ਹੋ ਜਾਂਦੀ। ਉਹ ਜਦੋਂ ਬਾਗ ਵਿੱਚ ਹੁਣ ਪਹੁੰਚਦੀ ਹੈ, ਉਹ ਪੂਰਨ ਨੂੰ ਸੁਣਦੀ ਹੈ। ਉਹ ਕਹਿੰਦੇ ਨੇ ਉਹਦੀ ਆਵਾਜ਼ ਸੁਣ ਕੇ ਨਾ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਮੇਰਾ ਹੀ ਪੁੱਤਰ ਹੈ। ਉਹਦੀ ਆਵਾਜ਼ ਪਛਾਣ ਲੈਂਦੀ ਹੈ। ਉਹ ਪੂਰਨ ਨੂੰ ਆਪਣੇ ਬਾਰੇ ਦੱਸਦੀ ਹੈ। ਫਿਰ ਉਹ ਪੂਰਨ ਨੂੰ ਨਾ ਗਲਵੱਕੜੀ ਪਾਉਂਦੀ ਆ ਘੁੱਟ ਕੇ, ਬਹੁਤ ਰੋਂਦੀ ਆ ਉਹਦੇ ਗਲ ਲੱਗ ਕੇ। ਅਤੇ ਕਹਿੰਦੇ ਨੇ ਪਤਾ ਨਹੀਂ ਕੀ ਕੁਦਰਤੀ ਕਰਾਮਾਤ ਹੋਈ, ਪੂਰਨ ਨਾਲ ਕਿਸ ਤਰ੍ਹਾਂ ਦਾ ਸਪਰਸ਼ ਹੋਇਆ ਉਹਦੀ ਮਾਂ ਦਾ ਕਿ ਉਹਦੀ ਨਿਗਾਹ ਵਾਪਸ ਆ ਜਾਂਦੀ ਹੈ। ਇਸ ਤਰ੍ਹਾਂ ਦੋਵਾਂ ਮਾਵਾਂ ਪੁੱਤਰਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਆਪਣੇ ਦੁੱਖ ਸੁੱਖ ਈਸ਼ਰਾ ਨੇ
ਪੂਰਨ ਨੂੰ ਸੁਣਾਏ। ਦੂਜੇ ਪਾਸੇ ਜਿਹੜੀ ਰਾਣੀ ਲੂਣਾ ਹੈ, ਉਹਦੇ ਕੋਲ ਕੋਈ ਔਲਾਦ ਨਹੀਂ ਸੀ। ਉਹ ਕਹਿੰਦੇ ਨੇ ਵੀ ਉਹ ਔਲਾਦ ਦਾ ਵਰ ਲੈਣ ਲਈ ਨਾ ਉਹ ਵੀ ਬਾਗ ਵਿੱਚ ਪਹੁੰਚਦੀ ਹੈ ਰਾਜੇ ਸਲਵਾਨ ਨੂੰ ਨਾਲ ਲੈ ਕੇ। ਉਹ ਪੂਰਨ ਤੋਂ ਆ ਕੇ ਵਰ ਮੰਗਦੀ ਹੈ ਕਿ ਉਸ ਨੂੰ ਪੁੱਤਰ ਦੀ ਦਾਤ ਦਿੱਤੀ ਜਾਵੇ। ਪੂਰਨ ਰਾਣੀ ਲੂਣਾ ਅਤੇ ਸਲਵਾਨ ਨੂੰ ਕਹਿੰਦਾ ਕਿ ਉਹਨਾਂ ਦੇ ਤਾਂ ਪਹਿਲਾਂ ਵੀ ਇੱਕ ਪੁੱਤਰ ਸੀ, ਹੁਣ ਦੁਬਾਰੇ ਵਰ ਕਿਉਂ ਮੰਗ ਰਹੇ ਨੇ। ਉਹ ਪਹਿਲਾਂ ਤਾਂ ਮੁੱਕਰਨ ਲੱਗੇ ਕਿ ਉਹਨਾਂ ਕੋਲ ਕੋਈ ਪੁੱਤਰ ਨਹੀਂ ਸੀ, ਪਰ ਫਿਰ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ ਹੋਇਆ ਕਿ ਜੋਗੀ ਪਹਿਲਾਂ ਹੀ ਸਾਰਾ ਕੁਝ ਜਾਣਦਾ। ਉਹਨਾਂ ਨੇ ਮਾफ़ੀ ਮੰਗੀ ਅਤੇ ਸਾਰੀ ਗੱਲ ਦੱਸੀ ਅਤੇ ਪੂਰਨ ਨੂੰ ਉਹਨਾਂ 'ਤੇ ਰਹਿਮ ਆ ਗਿਆ। ਪੂਰਨ ਨੇ ਰਾਣੀ ਲੂਣਾ ਨੂੰ ਇੱਕ ਚੌਲਾਂ ਦਾ ਦਾਣਾ ਦਿੱਤਾ, ਚੌਲ ਦਾ ਇੱਕ ਦਾਣਾ ਦਿੱਤਾ ਅਤੇ ਕਿਹਾ ਕਿ ਇਸ ਨੂੰ ਖਾ ਲਵੇ, ਉਸ ਦੇ ਘਰ ਇੱਕ ਬਹੁਤ ਮਹਾਬਲੀ ਪੁੱਤਰ ਪੈਦਾ ਹੋਵੇਗਾ। ਸੋ ਕਹਿੰਦੇ ਹਨ ਕਿ ਪੂਰਨ ਦੇ ਆਸ਼ੀਰਵਾਦ ਦੇ ਨਾਲ ਲੂਣਾ ਦੇ ਘਰ ਮਹਾਬਲੀ ਪੁੱਤਰ, ਜਿਸ ਦਾ ਨਾਂ ਰਾਜਾ ਰਸਾਲੂ ਰੱਖਿਆ ਗਿਆ, ਪੈਦਾ ਹੋਇਆ, ਜੋ ਬਾਅਦ ਵਿੱਚ ਬੜਾ ਮਹਾਬਲੀ ਵੀ ਹੋਇਆ। ਜਦੋਂ ਰਾਣੀ ਲੂਣਾ ਅਤੇ ਸਲਵਾਨ ਉੱਥੋਂ ਜਾਣ ਲੱਗੇ ਨਾ ਬਾਗ ਦੇ ਵਿੱਚੋਂ, ਤਾਂ ਜਾਣ ਵੇਲੇ ਪੂਰਨ ਨੇ ਆਪਣੇ ਬਾਰੇ ਸਾਰਾ ਕੁਝ ਸਲਵਾਨ ਨੂੰ ਦੱਸਿਆ ਕਿ ਉਹ ਉਹਦਾ ਹੀ ਪੁੱਤਰ ਹੈ। ਸਲਵਾਨ ਬੜਾ ਹੈਰਾਨ ਹੋਇਆ, ਮਾਫੀਆਂ ਮੰਗਣ ਲੱਗਾ, ਕਹਿਣ ਲੱਗਾ ਕਿ ਜੇ ਮੇਰਾ ਹੀ ਪੁੱਤਰ ਹੈ ਤਾਂ ਵਾਪਸ ਮਹਿਲਾਂ ਵਿੱਚ ਚੱਲ, ਰਾਜ ਭਾਗ ਸੰਭਾਲ। ਪਰ ਪੂਰਨ ਨੇ ਉਹਨਾਂ ਨੂੰ ਕਿਹਾ ਕਿ ਹੁਣ ਰਾਜ ਭਾਗ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਮਾਇਆ ਦੇ ਸਾਰੇ ਜੰਜਾਲਾਂ ਤੋਂ ਉਹ ਉੱਪਰ ਉੱਠ ਚੁੱਕਿਆ। ਕੁਝ ਦਿਨ ਉਹ ਉੱਥੇ ਰੁਕਿਆ। ਫਿਰ ਕਹਿੰਦੇ ਨੇ ਕਿ ਇੱਕ ਦਿਨ ਉਹ ਇਹ ਕਹਿ ਕੇ ਉੱਥੋਂ ਚਲਾ ਗਿਆ ਕਿ ਜੋਗੀ ਚੱਲਦੇ ਭਲੇ, ਨਗਰੀ ਵਸਦੀ ਭਲੀ। ਸੋ ਇਸ ਤਰ੍ਹਾਂ ਬੇਟਾ ਇਹ ਕਹਾਣੀ ਸਾਨੂੰ ਰਿਸ਼ਤਿਆਂ ਦੀ ਮਰਜ਼ਾਦਾ, ਜਪ ਤਪ ਅਤੇ ਤਿਆਗ ਬਾਰੇ ਦੱਸਦੀ ਹੈ। ਪੂਰਨ ਇਸ ਲਈ ਅੱਜ ਤੱਕ ਵੀ ਲੋਕ ਕਥਾਵਾਂ ਵਿੱਚ ਜਿਉਂਦਾ ਹੈ ਕਿ ਉਸ ਨੇ ਰਿਸ਼ਤਿਆਂ ਦੀ ਮਰਜ਼ਾਦਾ ਨਹੀਂ ਉਲੰਘੀ, ਤਪ ਅਤੇ ਤਿਆਗ ਨੂੰ ਉਸ ਨੇ ਆਪਣਾ ਜੀਵਨ ਬਣਾ ਲਿਆ ਸੀ। ਸੰਸਾਰਿਕ ਮੋਹ ਮਾਇਆ ਅਤੇ ਮਹਿਲਾਂ ਦੀਆਂ ਝੂਠੀਆਂ ਸ਼ੌਹਰਤਾਂ ਤੋਂ ਉੱਪਰ ਉੱਠ ਕੇ ਪੂਰਨ ਪਰਮ ਆਨੰਦ ਵਿੱਚ ਲੀਨ ਹੋ ਗਿਆ ਸੀ। ਸੋ ਅੱਜ ਬੇਟਾ ਇੰਨਾ ਹੀ। ਇਸ ਕਥਾ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਕਿਵੇਂ ਸਾਨੂੰ ਆਪਣੇ ਰਿਸ਼ਤਿਆਂ ਦੀ ਮਰਜ਼ਾਦਾ ਨੂੰ ਕਾਇਮ ਰੱਖਣਾ ਚਾਹੀਦਾ। ਅੱਜ ਲਈ ਇੰਨਾ ਹੀ। ਅਗਲੇ ਲੈਕਚਰ ਵਿੱਚ ਬੇਟਾ ਫੇਰ ਮਿਲਾਂਗੇ। ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਿਆ, ਸਾਰੇ ਬੱਚਿਆਂ ਦਾ ਧੰਨਵਾਦ। ਅਗਲੇ ਲੈਕਚਰ ਲਈ, ਉਦੋਂ ਤੱਕ ਲਈ ਬੇਟਾ ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ।